ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਅਸੀਂ ਸ਼ਾਇਦ ਪਹਿਲੇ ਸ਼ੋਅ 'ਤੇ ਵੀ ਦੱਸਿਆ ਸੀ ਕਿ ਹਰ ਵਾਰੀ ਕੋਈ ਨਾ ਕੋਈ ਅਸੀਂ ਨਵੇਂ ਟੌਪਿਕ 'ਤੇ ਗੱਲ ਕਰਿਆ ਕਰਾਂਗੇ। ਫਿਰ ਵੀ ਕਈ ਮੇਰੇ ਸੱਜਣ ਮਿੱਤਰ ਭਰਾ ਪਹਿਲੀ ਵਾਰੀ ਵਾਚ ਕਰ ਰਹੇ ਹੁੰਦੇ ਆ, ਉਹਨਾਂ ਕਰਕੇ ਉਹਨਾਂ ਦੀ ਨੌਲੇਜ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਭਾਵੇਂ ਬਲੱਡ ਪ੍ਰੈਸ਼ਰ, ਕੋਲੈਸਟਰੋਲ, ਸ਼ੂਗਰ, ਦਮਾ, ਗੰਠੀਆ, ਦਰਦਾਂ, ਕੋਈ ਸਰੀਰ ਦੀ ਬਿਮਾਰੀ ਹੋਵੇ, ਕੋਈ ਸਕਿਨ ਦੀ ਪ੍ਰੋਬਲਮ ਹੋਵੇ, ਸਕਿਨ 'ਚ ਐਲਰਜੀ, ਸੋਰਾਇਸਿਸ, ਵਿਟੀਲੀਗੋ, ਰੈਸ਼, ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੋਵੇ, ਤੁਸੀਂ ਕਾਲ ਕਰ ਸਕਦੇ ਹੋ। ਸਕਰੀਨ 'ਤੇ ਮੇਰੇ ਨੰਬਰ ਹੁੰਦੇ ਨੇ। ਪਰ ਕਿਉਂ ਨਾ, ਮੇਰਾ ਖਿਆਲ ਹੈ ਕਿ ਪਹਿਲੇ ਸ਼ੋਅ ਦੇ ਵਿੱਚ ਮੈਨੂੰ ਯਾਦ ਹੈ ਕਿ ਅਸੀਂ ਇਹ ਦੱਸਿਆ ਸੀ ਕਿ ਜਿੱਦਾਂ ਮੈਨੂੰ ਯਾਦ ਆ ਗਿਆ ਇੱਕ ਲੇਡੀ ਦੇ ਹੱਥਾਂ ਦੇ ਬਾਰੇ। ਸੋ ਕਿਉਂ ਨਾ ਅੱਜ ਅਸੀਂ ਗੰਠੀਆ ਬਾਰੇ ਗੱਲ ਕਰੀਏ ਜਾਂ ਦਰਦਾਂ ਬਾਰੇ ਗੱਲ ਕਰੀਏ। ਮੌਸਮ ਵੀ ਠੰਡ ਦਾ, ਔਰ ਠੰਡ ਦੇ ਮੌਸਮ 'ਚ ਜਿੱਦਾਂ ਪਿਛਲੇ ਹਫਤੇ 'ਚ ਜਿੱਦਾਂ ਨਿਊਯਾਰਕ 'ਚ ਬਹੁਤ ਫਲੂ ਚੱਲਿਆ ਅਤੇ ਅਸੀਂ ਫਲੂ 'ਤੇ ਸ਼ੋਅ ਕੀਤਾ ਸੀ, ਕਿਉਂਕਿ ਇਸ ਵੈਦਰ 'ਚ ਦਰਦਾਂ ਬਹੁਤ ਜ਼ਿਆਦਾ ਹੁੰਦੀਆਂ। ਅਤੇ ਅੱਜ ਅਸੀਂ ਸ਼ਾਇਦ ਦਰਦਾਂ ਬਾਰੇ ਗੱਲ ਕਰ ਲੈਂਦੇ ਹਾਂ। ਦਰਦਾਂ 'ਚ ਪਿਆਰੇ ਦਰਸ਼ਕੋ, ਤੁਸੀਂ ਦੇਖੋ, ਭਾਵੇਂ ਉਹ ਸਿਰ ਦਰਦ ਹੋਵੇ, ਮਾਈਗ੍ਰੇਨ, ਮੋਢਾ ਦਰਦ ਹੋਵੇ, ਗੋਡਾ ਦਰਦ ਹੋਵੇ, ਹੱਡੀਆਂ ਦੀ ਕੋਈ ਵੀ ਕਿਤੇ ਦਰਦ ਹੋਵੇ, ਗੰਠੀਆ ਹੋਵੇ, that is called arthritis. Arthritis we can say is of two types: osteoarthritis, rheumatoid arthritis, arthralgia, myalgia, neuralgia, gout, tendonitis, fibromyalgia, frozen shoulder, lumbago, sciatica, back pain. So ਮੇਰਾ ਮਤਲਬ ਦਰਦਾਂ, ਗੰਠੀਆ, ਜੋੜਾਂ ਦੀਆਂ ਦਰਦਾਂ ਪਿਆਰੇ ਦਰਸ਼ਕੋ ਅੱਜ ਕੱਲ੍ਹ ਕਿਉਂਕਿ ਠੰਡ ਦੇ ਮੌਸਮ 'ਚ ਬਹੁਤ ਜ਼ਿਆਦਾ ਹੁੰਦੀਆਂ। ਮੇਰੇ ਬਜ਼ੁਰਗ ਭੈਣ ਭਰਾ ਜਿਹੜੇ ਕਈ ਵਿਚਾਰੇ ਠੰਡ 'ਚ ਕੰਮ ਵੀ ਕਰਦੇ ਨੇ ਉਹਦੇ ਕਰਕੇ ਵੀ, ਲੇਕਿਨ ਆਰਥਰਾਈਟਸ ਦੇ ਵੀ ਕਈ ਕਾਰਨ ਨੇ। ਆਰਥਰਾਈਟਸ ਜਿੱਦਾਂ ਮੈਂ ਦੱਸਿਆ, ਆਸਟੀਓਆਰਥਰਾਈਟਸ। ਆਸਟੀਓਆਰਥਰਾਈਟਸ ਕੀ ਹੈ ਕਿ ਇਹਦੇ 'ਚ ਕਾਰਟੀਲੇਜ ਜਿਹੜਾ ਉਹਦਾ ਵੇਅਰ ਐਂਡ ਟੀਅਰ ਹੋ ਜਾਂਦਾ ਹੈ। ਹੱਡੀਆਂ ਦੇ ਵਿੱਚ ਇੱਕ ਝਿੱਲੀ ਹੁੰਦੀ ਜਿਹਨੂੰ ਆਪਾਂ ਕਾਰਟੀਲੇਜ ਕਹਿ ਦਿੰਦੇ। ਕਈ ਵਾਰੀ ਉਹ ਕਾਰਟੀਲੇਜ ਰਪਚਰ ਹੋਣਾ ਸ਼ੁਰੂ ਹੋ ਜਾਂਦਾ। ਕਾਰਟੀਲੇਜ ਦਾ ਵੇਅਰ ਐਂਡ ਟੀਅਰ ਹੋ ਜਾਂਦਾ ਅਤੇ ਹੌਲੀ ਹੌਲੀ ਉਹ ਫਿਰ ਖਤਮ ਹੋ ਜਾਂਦਾ ਜਾਂ ਘਟ ਜਾਂਦਾ। ਹੱਡੀਆਂ ਇੱਕ ਦੂਜੇ ਉੱਪਰ ਸੰਘਰਸ਼ਣ ਕਰਨ ਲੱਗ ਜਾਂਦੀਆਂ, ਰਗੜ ਖਾਣ ਲੱਗ ਜਾਂਦੀਆਂ। ਜਿਸ ਤਰ੍ਹਾਂ ਆਪਾਂ ਸਮਝੋ ਗੱਡੀ ਦੀ ਵੀ ਕਈ ਵਾਰੀ ਮੋਬਾਈਲ ਘੱਟ ਜਾਏ, ਇਸੇ ਤਰ੍ਹਾਂ ਹੀ ਹੱਡੀਆਂ ਦੇ ਵਿੱਚ ਗਰੀਸ ਘੱਟ ਜਾਏ, ਜੋੜਾਂ ਦੇ ਵਿੱਚ ਗਰੀਸ ਘੱਟ ਜਾਏ, ਕਾਰਟੀਲੇਜ ਘੱਟ ਜਾਏ, ਸਾਈਨੋਵੀਅਲ ਮੈਂਬਰਨ ਘੱਟ ਜਾਏ, ਸਾਈਨੋਵੀਅਲ ਫਲੂਇਡ ਘੱਟ ਜਾਏ, ਇਸੇ ਤਰ੍ਹਾਂ ਹੀ ਜੋੜਾਂ ਦੀਆਂ ਦਰਦਾਂ ਹੁੰਦੀਆਂ। ਭਾਵੇਂ ਉਹ ਟੈਂਡਨਸ ਕਰਕੇ, ਮਸਲਸ ਕਰਕੇ। ਮੇਨਲੀ ਤੁਹਾਨੂੰ ਇਹ ਜ਼ਰੂਰ ਦੱਸਣਾ ਪਏਗਾ ਕਿ ਹੱਡੀਆਂ ਦੀ ਜ਼ਿਆਦਾ ਦਰਦਾਂ, ਕਿਉਂਕਿ ਮਸਲ ਜਿਹੜੇ ਹੱਡੀਆਂ ਨਾਲ ਅਟੈਚ ਹੁੰਦੇ ਨੇ, ਮਸਲ ਪੇਨ ਹੁੰਦੀ ਜਿਹਨੂੰ ਆਪਾਂ ਮਾਇਲਜੀਆ ਕਹਿੰਦੇ ਹਾਂ। ਇਸੇ ਤਰ੍ਹਾਂ ਹੀ ਕਈ ਵਾਰੀ ਕੋਈ ਸੱਟ ਲੱਗ ਜੇ, ਨਰਵ ਨੀਚੇ ਟੱਚ ਕਰ ਜੇ ਅਤੇ ਉਹ ਨਰਵ ਪਿੰਚ ਹੋ ਜਾਏ ਤਾਂ ਨਿਊਰੈਲਜੀਆ ਕਹਿ ਦਈਦਾ। ਸੋ ਆਸਟੀਓਆਰਥਰਾਈਟਸ, ਰਿਊਮੇਟਾਇਡ ਆਰਥਰਾਈਟਸ। ਰਿਊਮੇਟਾਇਡ ਆਰਥਰਾਈਟਸ ਆਸਟੀਓਆਰਥਰਾਈਟਸ ਤੋਂ ਡਿਫਰੈਂਟ ਹੈ। ਉਹਦਾ ਕੀ ਹੈ ਕਿ ਹੌਲੀ ਹੌਲੀ ਉਹ ਦਰਦਾਂ ਸਾਰੇ ਜੋੜਾਂ 'ਚ ਚਲ ਜਾਂਦੀਆਂ। ਲੇਕਿਨ ਰਿਊਮੇਟਾਇਡ ਆਰਥਰਾਈਟਸ ਦੇ ਵਿੱਚ ਕੀ ਹੁੰਦਾ ਹੈ ਕਿ ਉਹੀ ਕਾਰਟੀਲੇਜ ਜਿੱਦਾਂ ਆਸਟੀਓਆਰਥਰਾਈਟਸ ਦੇ ਵਿੱਚ ਰਪਚਰ ਹੁੰਦਾ, ਰਿਊਮੇਟਾਇਡ ਆਰਥਰਾਈਟਸ ਦੇ ਵਿੱਚ ਉਹ ਕਾਰਟੀਲੇਜ ਔਰ ਸਾਈਨੋਵੀਅਲ ਮੈਂਬਰਨ ਦੀ ਇਨਫਲਾਮੇਸ਼ਨ ਹੋ ਜਾਂਦੀ, ਸਵੈਲਿੰਗ ਹੋ ਜਾਂਦੀ ਹੈ। ਉਹ ਸੋਜਸ਼ ਕਾਰਨ ਫਿਰ ਸਾਈਨੋਵੀਅਲ ਫਲੂਇਡ ਘੱਟ ਜਾਂਦਾ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਗੋਡਿਆਂ 'ਚ ਗਰੀਸ ਘੱਟ ਗਈ। ਲੇਕਿਨ ਇਸੇ ਤਰ੍ਹਾਂ ਹੀ ਹੋਰ ਦੇਖੋ, ਜਿੱਦਾਂ ਦਰਦਾਂ 'ਚ ਗੰਠੀਆ ਹੀ ਜੇ ਆਪਾਂ ਗੱਲ ਕਰ ਰਹੇ ਹਾਂ, ਗੰਠੀਏ ਦੇ ਵਿੱਚ ਸ਼ਰਾਬ ਕਾਰਨ ਵੀ, ਮੋਟਾਪੇ ਕਾਰਨ ਵੀ, ਵੇਟ ਕਾਰਨ ਵੀ, ਰੈੱਡ ਮੀਟ ਕਾਰਨ ਵੀ, ਇਹ ਗੰਠੀਏ ਦੇ ਕਈ ਕਾਰਨ ਨੇ। ਇਨਹੈਰੀਟੈਂਸ, ਕਈ ਵਾਰੀ ਖਾਨਦਾਨੀ ਵੀ ਹੋਵੇ, ਕਈ ਵਾਰੀ ਓਬੈਸਿਟੀ, ਮੋਟਾਪਾ। ਮੋਸਟਲੀ ਇਹ ਜ਼ਿਆਦਾ ਠੰਡ ਦੇ ਵੈਦਰ 'ਚ ਹੁੰਦੀ ਹੈ। ਐਕਸਪੋਜ਼ਰ ਟੂ ਕੋਲਡ ਵੈਦਰ ਐਂਡ ਦਾ ਹਿਊਮਿਡ ਵੈਦਰ ਆਲਸੋ ਕਾਜ਼ਿਜ਼ ਦਿਸ ਆਸਟੀਓਆਰਥਰਾਈਟਸ। ਕਈ ਵਾਰੀ ਹੌਲੀ ਹੌਲੀ ਉਮਰ ਦੇ ਹਿਸਾਬ ਨਾਲ ਜਾਂ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਹਿਸਾਬ ਨਾਲ ਹੱਡੀਆਂ ਪੋਰਸ ਹੋ ਜਾਂਦੇ ਆ, ਹੱਡੀਆਂ ਖੁਰਨ ਲੱਗ ਜਾਂਦੀਆਂ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆਸਟੀਓਆਰਥਰਾਈਟਸ। ਮੈਨੂੰ ਗੱਲ ਕਰਦੇ ਯਾਦ ਆਇਆ ਕਿ ਸ਼ਾਇਦ ਅਸੀਂ ਪਹਿਲੇ ਸ਼ੋਅ ਦੇ ਵਿੱਚ ਦੱਸਿਆ ਸੀ ਮੈਂ ਕਿ ਇੱਕ ਲੇਡੀ, ਵੈਸੇ ਤਾਂ ਉਹਨਾਂ ਨੇ ਮੈਨੂੰ ਫੋਨ 'ਤੇ ਕਿਹਾ ਕਿ ਡਾਕਟਰ ਸਾਹਿਬ ਤੁਸੀਂ ਮੇਰਾ ਨਾਮ ਵੀ ਦੱਸਣਾ, ਨੰਬਰ ਵੀ ਦੱਸਣਾ। ਮੈਂ ਦੱਸਿਆ ਸੀ ਕਿ ਉਹਨਾਂ ਦੇ ਹੱਥਾਂ ਦੀ
ਇੱਦਾਂ ਕਲੱਬਿੰਗ ਆਫ ਫਿੰਗਰਸ, ਮਤਲਬ ਹੱਥ ਜਿਹੜੇ ਜੁੜ ਗਏ ਸੀ ਔਰ ਕਈ ਸਾਲਾਂ ਤੋਂ ਉਹਨਾਂ ਦੇ ਹੱਥ ਜੁੜ ਗਏ ਸੀ। ਨੰਬਰ ਮੈਂ ਦੱਸਣਾ ਤੇ ਆਪ ਹੀ ਨਹੀਂ ਚਾਹੁੰਦਾ, ਉਹਨਾਂ ਤੇ ਕਿਹਾ ਮੇਰਾ ਨਾਮ ਦੱਸਣਾ। ਉਹਨਾਂ ਦਾ ਨਾਮ ਹੈਗਾ ਪ੍ਰੀਤ ਕੌਰ ਥਿੰਦ ਫਰੋਮ ਇੰਡੀਆਨਾ। ਉਹਨਾਂ ਨੇ ਤੇ ਕਿਹਾ ਤੁਸੀਂ ਮੇਰਾ ਫੋਨ ਨੰਬਰ ਦਿਓ ਡਾਕਟਰ ਸਾਹਿਬ, ਮੈਂ ਦੱਸਾਂਗਾ। ਜਿਹੜੀ ਮੈਂ ਗੱਲ ਪਹਿਲੇ ਸ਼ੋਅ 'ਚ ਦੱਸੀ ਸੀ, ਮੈਂ ਨਾਮ ਨਹੀਂ ਸੀ ਦੱਸਿਆ, ਉਹਨਾਂ ਨੇ ਕਿਹਾ ਉਹਨਾਂ ਦੇ ਹੱਥ ਇੱਦਾਂ ਜੁੜੇ ਸੀ ਕਈ ਸਾਲਾਂ ਤੋਂ ਔਰ ਵਿਚਾਰੇ ਬੜੇ ਪਰੇਸ਼ਾਨ ਸੀ। ਉਹਨਾਂ ਦੇ ਬੱਚਿਆਂ ਨੇ ਹਿੰਮਤ ਕਰਕੇ ਫਿਰ ਉਹਨਾਂ ਦਵਾਈ ਕੀਤੀ। ਮੈਂ ਇਸ ਕਰਕੇ ਉਹਨਾਂ ਦਾ ਦੱਸਿਆ, ਵੈਸੇ ਤਾਂ ਹਜ਼ਾਰਾਂ ਕਰੋੜਾਂ ਕੇਸ ਕਰੀਦੇ ਆ। ਮੈਂ 2-3 ਨਾਮ ਕਈ ਵਾਰੀ, ਮੈਂ ਅੱਜ ਤੱਕ ਇੰਨੇ ਸ਼ੋਅ ਕਰ ਚੁੱਕਾ, ਕਦੀ ਕਿਸੇ ਦਾ ਨਾਮ ਨਹੀਂ ਲਿਆ, ਲੇਕਿਨ ਕਈ ਭੈਣ ਭਰਾ ਸੱਜਣ ਮਿੱਤਰ ਇਹ ਕਹਿਣ ਲੱਗ ਗਏ ਕਿ ਡਾਕਟਰ ਸਾਹਿਬ ਤੁਸੀਂ ਬਿਨਾਂ ਝਿਜਕ ਤੋਂ ਸਾਡਾ ਫੋਨ ਦਿਓ, ਨੰਬਰ ਦਿਓ, ਅਸੀਂ ਦੱਸਾਂਗੇ ਉਹਨਾਂ ਨੂੰ। ਮੈਂ ਕਿਹਾ ਜੀ ਥੈਂਕ ਯੂ। ਪ੍ਰੀਤ ਕੌਰ ਥਿੰਦ ਫਰੋਮ ਇੰਡੀਆਨਾ, ਜਿਨ੍ਹਾਂ ਦੇ ਹੱਥ ਜੁੜ ਗਏ ਸੀ ਕਈ ਸਾਲਾਂ ਤੋਂ, 2 ਹਫ਼ਤਿਆਂ ਦੇ ਵਿੱਚ ਜਦੋਂ ਮੈਂ ਦਵਾਈ ਭੇਜੀ, 2 ਹਫ਼ਤਿਆਂ 'ਚ ਉਹਨਾਂ ਦੇ ਹੱਥ ਖੁੱਲ੍ਹ ਗਏ। ਉਹਨਾਂ ਦੇ ਬੱਚਿਆਂ ਨੇ ਥੈਂਕਸ ਕੀਤਾ, ਬਲਕਿ ਉਲਟਾ ਮੈਨੂੰ ਥੈਂਕ ਯੂ ਆਪ ਮੈਂ ਕਰ ਦਿੰਦਾ ਜਦੋਂ ਮੈਨੂੰ ਤੁਸੀਂ ਦੱਸਦੇ ਹੋ ਕਿ ਇੰਨਾ ਫਰਕ ਹੈ, ਕਿਉਂਕਿ ਮੈਨੂੰ ਉਹਦੇ 'ਚ ਬੜੀ ਤਸੱਲੀ ਮਿਲਦੀ ਹੈ। ਇਸੇ ਤਰ੍ਹਾਂ ਹੀ ਪ੍ਰੀਤਮ ਕੌਰ ਫਰੋਮ ਨਿਊ ਜਰਸੀ, ਉਹਨਾਂ ਦੇ ਪ੍ਰੋਬਲਮ ਸੀ ACL, ਦੈਟ ਇਜ਼ ਕਾਲਡ ਐਂਟੀਰੀਅਰ ਕਰੂਸ਼ੀਏਟ ਲਿਗਾਮੈਂਟ ਟੀਅਰ। ਪੰਜਾਬੀ 'ਚ ਉਹਦਾ ਮਤਲਬ ਹੈ ਉਹਨਾਂ ਦੇ ਗੋਡੇ ਜੁੜ ਗਏ ਸੀ, ਗੋਡਿਆਂ ਦੇ ਵਿੱਚ ਲਿਗਾਮੈਂਟਸ ਹੁੰਦੀਆਂ, ਝਿੱਲੀਆਂ ਹੁੰਦੀਆਂ, ਫਟ ਗਈਆਂ ਸੀ। ਉਹਨਾਂ ਨੂੰ ਨੀ ਰਿਪਲੇਸਮੈਂਟ ਲਈ ਕਿਹਾ ਸੀ। ਉਹਨਾਂ ਦੇ ਹਸਬੈਂਡ ਨੇ ਮੈਨੂੰ ਫੋਨ ਕੀਤਾ, ਉਹ ਕਹਿੰਦੇ ਜੀ ਮੇਰੀ ਵਾਈਫ ਸਾਲ ਤੋਂ ਘੱਟ ਸੋਫੇ ਤੋਂ ਉੱਠ ਨਹੀਂ ਸਕੇ। ਇਹ 2-3 ਨਾਮ ਮੈਂ ਇਸ ਲਈ ਦੱਸ ਰਿਹਾ ਕਿ ਜਿਨ੍ਹਾਂ ਦੇ ਯੂ ਕੈਨ ਸੀ ਕਿ ਜਦੋਂ ਅਸੀਂ ਕਹੀਦਾ 2 ਮਹੀਨੇ 3 ਮਹੀਨੇ 6 ਮਹੀਨੇ ਵੀ ਲੱਗ ਸਕਦੇ, ਲੇਕਿਨ ਇਹਨਾਂ ਨੂੰ ਦਿਨਾਂ 'ਚ ਫਰਕ ਪਿਆ। ਪ੍ਰੀਤਮ ਕੌਰ ਜੀ ਨੂੰ ਮੈਂ ਜੋ ਦਵਾਈ ਭੇਜੀ, ਜਿਹੜੇ ਨਿਊ ਜਰਸੀ ਤੇ ਜਿਨ੍ਹਾਂ ਦਾ ਮੈਂ ਦੱਸਿਆ ACL, ਉਹਨਾਂ ਨੇ 2-3 ਹਫ਼ਤੇ ਦੇ ਵਿੱਚ ਸੋਫੇ ਤੋਂ ਉੱਠ ਕੇ ਭੱਜੇ ਫਿਰਦੇ ਆਪ ਮੈਨੂੰ ਫੋਨ ਤੇ ਦੱਸਿਆ ਕਿ ਡਾਕਟਰ ਸਾਹਿਬ ਥੈਂਕ ਯੂ ਵੈਰੀ ਮੱਚ, ਮੈਂ ਇਸ ਤਰ੍ਹਾਂ ਘਰ 'ਚ ਭੱਜੀ ਫਿਰਦੀ ਹਾਂ, ਲੇਕਿਨ ਮੈਂ ਦਵਾਈ ਤੁਹਾਡੀ ਲਗਾਤਾਰ ਕਰਾਂਗੀ। ਉਹ ਕਰ ਵੀ ਰਹੇ ਨੇ। ਇਸ ਗੱਲ ਨੂੰ ਹਜੇ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ। ਪ੍ਰੀਤ ਕੌਰ ਥਿੰਦ ਫਰੋਮ ਇੰਡੀਆਨਾ, ਜਿਨ੍ਹਾਂ ਨੇ ਮੈਨੂੰ ਹਜੇ 1 ਮਹੀਨੇ 'ਚ ਕਿਤੇ ਠੀਕ ਹੋਏ ਆ, ਔਰ ਪ੍ਰੀਤਮ ਕੌਰ ਫਰੋਮ ਨਿਊ ਜਰਸੀ, ਜਿਨ੍ਹਾਂ ਦੇ ਗੋਡੇ ਜੁੜੇ ਪਏ ਸੀ, ਜਿਹੜੇ ਵਿਚਾਰੇ 1 ਮਹੀਨਾ ਦਵਾਈ ਕਰਕੇ ਠੀਕ ਨੇ, ਬਟ ਸਟਿਲ ਦੇ ਆਰ ਟੇਕਿੰਗ ਦਾ ਟ੍ਰੀਟਮੈਂਟ ਬਿਕੋਜ਼ ਦੇ ਨੋ ਵੀ ਹੈਵ ਟੂ ਟੇਕ ਇਟ ਕੰਟੀਨਿਊਸਲੀ। ਵਾਈ? ਜਿਨ੍ਹਾਂ ਦੇ ਕਲੱਬਿੰਗ ਆਫ ਫਿੰਗਰਸ ਹੋਈ, ਉਹਨਾਂ ਨੂੰ ਵੀ ਕਹਿੰਦੇ ਸੀ ਜੀ ਤੁਹਾਡੇ ਸ਼ਾਇਦ ਆਪਰੇਸ਼ਨ ਕਰੀਏ। ਜਿਨ੍ਹਾਂ ਦੇ ਗੋਡਿਆਂ ਦੀ ਮੈਂ ਗੱਲ ਕੀਤੀ, ਜਿਨ੍ਹਾਂ ਨੇ ਕਿ ਅਸੀਂ ਤੁਹਾਡੇ ਨੀ ਰਿਪਲੇਸਮੈਂਟ ਕਰੀਏ। ਬਟ ਆਈ ਐਮ ਟਾਕਿੰਗ ਅਬਾਊਟ ਮਿਲੀਅਨਸ ਆਫ ਪੀਪਲ ਆਈ ਐਮ ਡੀਲਿੰਗ ਵਿਦ। ਮੈਂ 1-2 ਨਾਮ ਇਸ ਕਰਕੇ ਦੱਸੇ ਆ ਕਿ ਉਹਨਾਂ ਦੇ ਕਹੇ ਤੇ, ਹੋਰ ਹਜ਼ਾਰਾਂ ਨਾਮ ਮੈਂ ਦੱਸ ਸਕਦਾ। ਇਹ ਆਰਥਰਾਈਟਸ ਦਾ, ਜੋੜਾਂ ਦੀ ਦਰਦਾਂ ਦੇ ਬਜ਼ੁਰਗਾਂ ਦੇ ਬਹੁਤ ਕੇਸਿਸ ਨੇ। ਕੋਈ ਵਿਚਾਰੇ ਇੰਡੀਆ ਜਾਂਦੇ ਨੇ, ਕੋਈ ਨੀ ਰਿਪਲੇਸਮੈਂਟ ਕਰਾਉਂਦੇ ਨੇ, ਕਈਆਂ ਨੇ ਆਪਰੇਸ਼ਨ ਕਰਾਏ ਨੇ, ਪੋਸਟ ਆਪਰੇਟਿਵ ਕੰਪਲਿਕੇਸ਼ਨਸ ਹੋ ਰਹੀਆਂ, ਲੇਕਿਨ ਦਰਦਾਂ ਦੀ, ਜੋੜਾਂ ਦੀ, ਗੰਠੀਏ ਦੀ ਦਵਾਈਆਂ ਸਾਡੇ ਫਾਰਮੂਲੇ ਇਹੋ ਜਿਹੇ ਜਾ ਰਹੇ ਨੇ ਕਿ ਕਈ ਵਾਰੀ ਉਹਦੇ ਨਾਲ ਸ਼ੂਗਰ ਵੀ ਕੰਟਰੋਲ ਹੋ ਰਹੀ ਹੈ, ਕੋਲੈਸਟਰੋਲ ਵੀ ਕੰਟਰੋਲ ਹੋ ਰਹੀ ਹੈ। ਜਦ ਕਿ ਹਰ ਸ਼ੋਅ 'ਤੇ ਅਸੀਂ ਹਰ ਵਾਰੀ ਜਾਂ ਕਦੀ ਬਲੱਡ ਪ੍ਰੈਸ਼ਰ 'ਤੇ ਜਾਂ ਕੋਲੈਸਟਰੋਲ 'ਤੇ ਜਾਂ ਸ਼ੂਗਰ 'ਤੇ ਸ਼ੋਅ ਕਰਿਆ ਕਰਾਂਗੇ, ਜਿਹੜੇ ਮੈਂ ਅੱਜ ਤੱਕ ਕਰੋੜਾਂ ਦੂਸਰੀ ਚੈਨਲਸ 'ਤੇ ਵੀ ਕੀਤੀਆਂ। ਹੁਣ ਤੁਸੀਂ ਹਰ ਹਫ਼ਤੇ ਮੈਨੂੰ ਗੈਟ ਪੰਜਾਬੀ 'ਤੇ ਦੇਖਿਆ ਕਰੋਗੇ। ਡਜ਼ਨਟ ਮੈਟਰ ਯੂ ਆਰ ਟਾਕਿੰਗ ਅਬਾਊਟ ਐਨੀ ਕਾਈਂਡ ਆਫ ਪੈਥੀ, ਭਾਵੇਂ ਸ਼ੂਗਰ ਹੋਵੇ, ਕੋਲੈਸਟਰੋਲ ਹੋਵੇ, ਸਕਿਨ ਪ੍ਰੋਬਲਮ ਹੋਵੇ, ਮਰਦਾਨਾ ਜਨਾਨਾ ਕਿਸੇ ਕਿਸਮ ਦੀ ਕਮਜ਼ੋਰੀ ਹੋਵੇ। ਗੰਠੀਏ ਦੇ ਵਿੱਚ ਇੰਨੇ ਕੇਸਿਸ ਜਿਹੜੇ ਕੀਤੇ, ਉਹਦੇ 'ਚ ਸਾਡਾ ਖਾਸ ਇੱਕ ਮਤਲਬ ਮੇਰਾ ਫਾਰਮੂਲਾ, ਦਵਾਈਆਂ ਦੇ ਰੇਟ ਵੱਧ ਰਹੇ, ਲੇਕਿਨ ਮੈਂ ਉਹ ਫਾਰਮੂਲੇ ਦਾ ਰਿਜ਼ਲਟ ਮੈਨੂੰ ਇੰਨਾ ਮਿਲਿਆ ਕਿ ਮੈਂ ਆਪਣੇ ਰੇਟ ਭਾਵੇਂ ਘਟਾਤੇ, ਕਿਉਂਕਿ ਮੇਰੇ ਇੰਨੇ ਜ਼ਿਆਦਾ ਦਵਾਈ ਜਾ ਰਹੀ ਹੈ। I am sending to India, I am sending to America, all over Canada even. ਸੋ ਤੁਸੀਂ ਪਿਆਰੇ ਦਰਸ਼ਕੋ, ਕੋਈ ਝਿਜਕ ਦੀ ਲੋੜ ਨਹੀਂ। ਦਰਦਾਂ ਦੇ ਮਾਮਲੇ 'ਚ ਕਿਸੇ ਕਿਸਮ ਦੀ ਹੋਵੇ, ਭਾਵੇਂ PIVD, ਦੈਟ ਇਜ਼ ਕਾਲਡ ਪ੍ਰੋਲੈਪਸ ਇੰਟਰਵਰਟੀਬਰਲ ਡਿਸਕ, ਲੰਬਰ ਪ੍ਰੋਬਲਮ ਹੋਵੇ, ਸ਼ਿਆਟਿਕਾ ਹੁੰਦਾ ਹੈ ਕਿ L3, L4 ਜਾਂ L4, L5 ਦੇ ਵਿੱਚ ਲੰਬਰ ਡਿਸਕ ਦੇ ਵਿੱਚ ਕਈ ਵਾਰੀ ਹਰਨੀਏਸ਼ਨ ਆ ਜਾਂਦੀ ਹੈ। ਤੁਹਾਡੀ MRI ਰਿਪੋਰਟ, CT ਸਕੈਨ ਰਿਪੋਰਟਸ ਦੇ ਵਿੱਚ ਦੱਸਿਆ ਜਾਏਗਾ ਕਿ ਆਈਦਰ ਇਟਸ ਹਰਨੀਏਟਡ ਡਿਸਕ ਆਰ ਡਿਸਪਲੇਸਮੈਂਟ, ਲੇਕਿਨ ਅਸੀਂ ਬਿਨਾਂ ਸਰਜਰੀ ਤੋਂ ਕੇਸ ਠੀਕ ਕਰਦੇ ਹਾਂ। ਇਸ ਕਰਕੇ ਤੁਸੀਂ ਜੇ ਦਰਦਾਂ ਹੈ ਜਾਂ ਆਰਥਰਾਈਟਸ ਹੈ ਜਾਂ ਜੋੜਨ ਦੀ ਦਰਦ ਹੈ ਜਾਂ ਗੰਠੀ ਹੈ, ਉਹਦੇ 'ਚ ਪਰਹੇਜ਼ ਤੁਸੀਂ ਕੋ ਰੈੱਡ ਮੀਟ ਨਾ ਖਾਓ, ਸ਼ਰਾਬ ਬੰਦ ਕਰੋ। ਸ਼ਰਾਬ, ਸਿਗਰਟ, ਰੈੱਡ ਮੀਟ, ਠੰਡ ਤੋਂ ਬਚੋ, ਜਾਂ ਰਾਜਮਾ, ਆਲੂ, ਚਾਵਲ, ਮਿੱਠਾ, ਸ਼ੂਗਰ। ਲੋਟ ਆਫ ਪੀਪਲ ਆਰ ਅਲਰਜਿਕ ਟੂ ਸਮਟਾਈਮਸ ਈਵਨ ਫਲੋਰ ਆਰ ਸ਼ੂਗਰ। ਮਿੱਠੇ ਤੋਂ ਜਾਂ ਕਈਆਂ ਨੂੰ ਆਟੇ ਤੋਂ ਵੀ ਅਲਰਜੀ ਹੋ ਜਾਂਦੀ ਹੈ। ਇਸ ਕਰਕੇ ਜਿੱਦਾਂ ਪਰਹੇਜ਼ ਅਸੀਂ, ਇਹ ਹਰ ਇੱਕ ਕੇਸ ਦੇ ਹਿਸਾਬ ਨਾਲ ਡਿਫਰੈਂਟ ਹੁੰਦੇ ਆ। ਕਿਸੇ ਕਿਸਮ ਦੀ ਵੀ ਕੋਈ ਵੀ ਦਰਦ ਹੋਵੇ, ਭਾਵੇਂ ਸਿਰ ਦਰਦ ਹੋਵੇ, ਸਿਰ ਦਰਦ ਹੈ ਜਿੱਦਾਂ ਮਾਈਗ੍ਰੇਨ ਹੈ, ਜਾਂ ਸਿਰ ਦਰਦ ਬਲੱਡ ਪ੍ਰੈਸ਼ਰ ਕਰਕੇ ਵੀ ਹੋ ਸਕਦੀ ਹੈ, ਕੌਨਸਟੀਪੇਸ਼ਨ ਕਰਕੇ ਵੀ ਹੋ ਸਕਦੀ ਹੈ। ਇਸੇ ਤਰ੍ਹਾਂ ਹੀ ਫਰੋਜ਼ਨ ਸ਼ੋਲਡਰ ਹੈ,
ਜਿੰਨੀਆਂ ਵੀ ਦਰਦਾਂ ਦੀ ਗੱਲ ਮੈਂ ਕਰ ਰਿਹਾ ਇਸ ਕਰਕੇ ਕਿ ਵੈਦਰ ਦੇ ਹਿਸਾਬ ਨਾਲ ਅੱਜ ਕੱਲ੍ਹ ਠੰਡ 'ਚ ਨਿਊਯਾਰਕ ਦੇ ਵਿੱਚ ਤਾਂ ਬਹੁਤ ਠੰਡ ਪੈ ਰਹੀ ਹੈ। ਕਾਫੀ ਪੇਸ਼ੈਂਟਸ ਨੇ ਜਿਨ੍ਹਾਂ ਨੇ ਕਿਹਾ ਤੁਸੀਂ ਸਭ ਦਰਦਾਂ ਦੇ ਬਾਰੇ ਕੋਈ ਦੱਸੋ, ਔਰ ਅਸੀਂ ਜਿਹੜੇ ਤੁਹਾਨੂੰ ਦੇਸੀ ਨੈਚੁਰਲ ਸਪਲੀਮੈਂਟੇਸ਼ਨ ਜਿੱਦਾਂ ਕਈ ਤਰ੍ਹਾਂ ਦੇ ਗੂਗਲਸ ਵਗੈਰਾ ਨੇ ਔਰ ਸਾਡੇ ਆਪਣੇ ਬਣਾਏ ਨੁਸਖੇ ਨੇ, ਜਿਹਦੇ ਨਾਲ ਮਜ਼ੇਦਾਰ ਗੱਲ ਇਹ ਹੈ ਕਿ ਦਰਦਾਂ ਤਾਂ ਠੀਕ ਹੁੰਦੀਆਂ। ਮੈਨੂੰ ਹੋਰ ਇੱਕ ਲੇਡੀ ਦੀ ਯਾਦ ਆ ਗਈ ਕਿ ਉਹਨਾਂ ਨੂੰ, ਹਾਂ ਸੱਚ, ਪ੍ਰੀਤ ਕੌਰ ਥਿੰਦ ਨਹੀਂ ਜਿਨ੍ਹਾਂ ਦਾ ਮੈਂ ਨਾਮ ਪਹਿਲਾਂ ਲਿਆ, ਉਹਨਾਂ ਨੇ ਕਿਹਾ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਤੇ ਆਰਥਰਾਈਟਸ ਦੀ ਭੇਜੀ, ਮੇਰੇ ਹੱਥ ਵੀ ਸਿੱਧੇ ਹੋ ਗਏ, ਮੇਰੀ ਸ਼ੂਗਰ ਵੀ ਕੰਟਰੋਲ ਹੋ ਗਈ। ਤੁਸੀਂ ਸੋਚ ਨਹੀਂ ਸਕਦੇ ਕਿ ਮੈਨੂੰ ਕਿੰਨੀ ਖੁਸ਼ੀ ਹੁੰਦੀ ਇਸ ਤਰ੍ਹਾਂ। ਇਸ ਕਰਕੇ ਅੰਗਰੇਜ਼ੀ ਦਵਾਈਆਂ ਦਾ ਸਿਰਫ ਇਹ ਹੀ ਹੈ ਕਿ ਦੈਟ ਇਜ਼ ਅ ਸਿੰਪਟੋਮੈਟਿਕ ਟਰੀਟਮੈਂਟ। ਦੇਸੀ ਦਵਾਈ ਦਾ ਇੱਕ ਦੇ ਨਾਲ ਕਈ ਫਾਇਦੇ ਹੋ ਜਾਂਦੇ ਆ, ਅੰਗਰੇਜ਼ੀ ਦੇ ਨਾਲ ਸਿਰਫ ਇੰਨਾ ਹੀ ਹੈ ਕਿ ਕਈ ਵਾਰੀ ਸਾਈਡ ਇਫੈਕਟ ਹੁੰਦੇ ਆ, ਮਜਬੂਰਨ ਕਈ ਵਾਰੀ ਜਦੋਂ ਸਵੀਅਰ ਪੇਨ ਹੋਵੇ ਖਾਣੀ ਪੈਂਦੀ ਹੈ। ਪਰ ਇੰਨਾ ਤੁਹਾਨੂੰ ਦੱਸ ਦਈਏ, ਜਿੱਦਾਂ ਕਿ ਜਿਹੜੇ ਸ਼ੂਗਰ ਦੇ ਪੇਸ਼ੈਂਟ ਕਈ ਸਾਲਾਂ ਤੋਂ ਭਾਵੇਂ ਇਨਸੂਲਿਨ ਲਵਾ ਰਹੇ ਨੇ, ਭਾਵੇਂ ਮੈਟਫੋਰਮਿਨ ਗਲਿਬਰਾਈਡ ਖਾ ਰਹੇ ਨੇ, ਉਹਨਾਂ ਨੂੰ ਫਿਰ ਭਾਵੇਂ ਅਸੀਂ ਹੌਲੀ ਹੌਲੀ ਛੁਡਾਈਏ, ਜਾਂ ਕਈ ਵਾਰੀ ਅਸੀਂ ਡਿਪੈਂਡਸ ਕਿ ਵਾਟ ਆਮ ਸੈਂਡਿੰਗ ਯੂ, ਕਈ ਤਰ੍ਹਾਂ ਦੇ ਫਾਰਮੂਲੇ ਨੇ, ਕਈ ਵਾਰੀ ਅਸੀਂ ਕਹਿੰਦੇ ਨਾਲ ਹੀ ਇਨਸੂਲਿਨ ਛੱਡ ਦਿਓ ਬੇਸ਼ੱਕ। ਜੇ ਕੋਲੈਸਟਰੋਲ ਦੀ ਦਵਾਈ ਤੁਹਾਨੂੰ ਮੈਂ ਭੇਜਦਾ ਤੇ ਕੋਲੈਸਟਰੋਲ ਅਸੀਂ ਇਮੀਡੀਏਟਲੀ ਤੁਹਾਡੀ ਅਸੀਂ ਲਿਪੀਟੋਰ, ਜ਼ੋਕੋਰ, ਕ੍ਰਿਸਟੋਰ, ਪ੍ਰੈਵਾਕੋਲ ਅਸੀਂ ਕਹਿੰਦਾ ਉਸੇ ਵੇਲੇ ਛੱਡ ਦਿਓ। ਡਜ਼ਨਟ ਮੈਟਰ ਯੂ ਆਰ ਟੇਕਿੰਗ ਇਟ ਫॉर ਅ ਵੈਰੀ ਲੌਂਗ ਟਾਈਮ, ਲੇਕਿਨ ਸਾਨੂੰ ਰਿਜ਼ਲਟ ਮਿਲਦਾ। ਭਾਵੇਂ ਥਾਇਰਾਇਡ ਦੀ ਪ੍ਰੋਬਲਮ ਹੋਵੇ, ਕੋਲੈਸਟਰੋਲ ਦੀ ਹੋਵੇ, ਦਰਦਾਂ ਦੀ ਹੋਵੇ, ਜਿਸ ਤਰ੍ਹਾਂ ਮੌਕੇ ਦੇ ਹਿਸਾਬ ਨਾਲ, ਟਾਈਮ ਦੇ ਹਿਸਾਬ ਨਾਲ। ਗੈਟ ਪੰਜਾਬੀ ਦੇ ਪਿਆਰੇ ਦਰਸ਼ਕਾਂ ਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਅੱਗੇ ਤੁਸੀਂ ਮੈਨੂੰ ਜਸ ਪੰਜਾਬੀ ਤੇ ਇੰਨੇ ਸਾਲਾਂ ਤੋਂ ਦੇਖ ਰਹੇ ਹੋ, ਹੁਣ ਤੁਸੀਂ ਗੈਟ ਪੰਜਾਬੀ ਤੇ ਹਰ ਹਫਤੇ ਮੈਨੂੰ ਦੇਖਿਆ ਕਰੋਗੇ। ਹਾਂ, ਤੁਹਾਡੀਆਂ ਕਾਲਸ ਜਾਂ ਤੁਸੀਂ ਜਦੋਂ ਦੱਸਦੇ ਹੋ ਜਾਂ ਚੈਨਲ ਵਾਲਿਆਂ ਨੂੰ ਵੀ ਬੇਸ਼ੱਕ ਤੁਸੀਂ ਦੱਸਦੇ ਹੋ ਵੀ ਜਿਹੜੇ ਟੌਪਿਕ ਤੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਵੇ ਤੁਸੀਂ ਮੈਨੂੰ ਦੱਸਿਆ ਕਰੋ। ਅਸੀਂ ਹਰ ਵਾਰੀ ਹਰ ਟੌਪਿਕ ਤੇ ਨਵੀਂ ਤੋਂ ਨਵੀਂ ਗੱਲ ਕਰਾਂਗੇ। ਦਰਦਾਂ ਦੇ ਪੇਸ਼ੈਂਟ ਮੇਰੇ 99.9% ਰਿਜ਼ਲਟ ਮੈਨੂੰ ਮਿਲ ਰਹੇ ਆ। ਮਾਨ ਹੰਕਾਰ ਤੋਂ ਡਰਦੇ ਕਹਿ ਰਹੇ ਆ ਕਿ ਇਹ ਜਾਣਦੇ ਹੋਏ ਵੀ ਕਿ ਉਹ ਪੇਸ਼ੈਂਟਸ ਜਿਨ੍ਹਾਂ ਦੇ ਲਿਗਾਮੈਂਟ ਟੀਅਰ ਹੋ ਗਏ, ਜਿਨ੍ਹਾਂ ਦੇ ਨੀ ਰਿਪਲੇਸਮੈਂਟ ਦੱਸੀ ਹੈ, ਜਾਂ ਕਈਆਂ ਵਾਲੇ ਪੋਸਟ ਆਪਰੇਟਿਵ ਕੰਪਲੀਕੇਸ਼ਨਸ ਵੀ ਨੇ, ਜਿਨ੍ਹਾਂ ਨੂੰ ਬੈਕ ਪੇਨ ਲਈ ਸਰਜਰੀ ਲਈ ਕਿਹਾ ਗਿਆ, ਅਸੀਂ ਉਹਨਾਂ ਨੂੰ ਸਰਜਰੀ ਤੋਂ ਵੀ ਬਚਾਇਆ। ਕੁਛ ਅਸੀਂ ਫਾਰਮੂਲੇ ਘਰ ਲਈ ਦੱਸਦੇ ਹਾਂ, ਜਿੱਦਾਂ ਤੁਸੀਂ ਆਪ ਗਾਰਲਿਕ ਲਓ, ਹਲਦੀ ਲਓ, ਲੋਵੇਰਾ ਲਓ, ਲੋਵੇਰਾ ਜੈਲ ਲਓ, ਲੋਵੇਰਾ ਜੂਸ ਪੀਓ, ਲੋਵੇਰਾ ਕਰੀਮ ਵੀ ਲਗਾ ਸਕਦੇ ਹੋ। ਫੋਰਮੈਂਟੇਸ਼ਨ ਦੇ ਲਈ ਸਾਡੇ ਕੋਲ ਕਰੀਮਾਂ, ਸਾਡਾ ਤੇਲ ਇੱਕ ਬੜਾ ਜ਼ਬਰਦਸਤ ਹੈ। ਜੋੜਾਂ ਦੀ ਦਰਦਾਂ ਲਈ ਤੇਲ ਡਿਫਰੈਂਟ ਹੈ, ਆਮ ਦਰਦਾਂ ਦੇ ਲਈ ਡਿਫਰੈਂਟ ਹੈ। ਜਿੱਦਾਂ ਅਸੀਂ ਪੰਚਕਰਮ ਕਹਿੰਦੇ ਆ ਦੇਸੀ ਦੇ ਵਿੱਚ, ਉਹ ਲੋਕ ਵਿਚਾਰੇ ਇੰਡੀਆ ਪੰਚਕਰਮ ਕਰਾਉਣ ਜਾਂਦੇ ਨੇ। ਸਾਡੇ ਕੋਲ ਇੱਕ ਫਾਰਮੂਲਾ ਹੀ ਐਸਾ ਪਾਊਡਰ ਦਾ ਜਿਹੜਾ ਤੁਸੀਂ ਘਰ ਬੈਠੇ ਵੀ ਪੰਚਕਰਮ ਕਰ ਸਕਦੇ ਹੋ। ਸੋ ਯੋਗਾ, ਮੈਡੀਟੇਸ਼ਨ, ਪਰਹੇਜ਼ ਦੇ ਵਿੱਚ ਜਿੱਦਾਂ ਹੁਣ ਤੁਸੀਂ ਸਨਲਾਈਟ ਵੀ ਲਓ, ਕਈ ਵਾਰੀ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ, ਕੈਲਸ਼ੀਅਮ ਮੈਗਨੀਸ਼ੀਅਮ ਦੀ ਡੈਫੀਸ਼ੀਐਂਸੀ ਨਾਲ ਵੀ ਆਉਂਦੀ ਹੈ। ਦਿਸ ਕਾਈਂਡ ਆਫ ਸਪਲੀਮੈਂਟੇਸ਼ਨ ਯੂ ਕੈਨ ਟੇਕ ਐਟ ਯੂਰ ਓਨ ਅਲੋਂਗ ਵਿਦ ਯੂਰ ਡਾਈਟ। But when you talk to me, sometimes I just listen to you and I tell you a lot of therapies or home remedies which you can do at your own. ਮੈਂ ਇੱਕ ਨਹੀਂ ਤਾਂ ਘੱਟ ਤੋਂ ਘੱਟ ਮਿਲੀਅਨ ਪੇਸ਼ੈਂਟਸ ਐਗਜ਼ਾਮਪਲ ਦੇ ਸਕਦਾ, ਭਾਵੇਂ ਤੁਸੀਂ ਅਮਰੀਕਾ 'ਚੋਂ, ਭਾਵੇਂ ਕੈਨੇਡਾ 'ਚੋਂ। ਕੋਈ ਚਿੰਤਾ ਦੀ ਲੋੜ ਨਹੀਂ। ਮੈਨੂੰ ਉਹੀ ਪੇਸ਼ੈਂਟ ਆਪ ਜਦੋਂ ਠੀਕ ਹੋ ਕੇ ਆਪਣੇ ਰਿਸ਼ਤੇਦਾਰਾਂ ਲਈ ਕਹਿੰਦੇ ਹੁਣ ਤਾਂ ਅਸੀਂ ਇੰਡੀਆ ਵੀ ਭੇਜਣ ਲੱਗ ਗਏ ਦਵਾਈ, ਜਦ ਕਿ ਇੰਡੀਆ 'ਚ ਇਹ ਨਹੀਂ ਵੀ ਸਭ ਕੁਝ ਮਿਲਦਾ। ਮੈਂ ਆਪਣੀ ਤਾਰੀਫ ਨਹੀਂ ਕਰਦਾ, ਲੇਕਿਨ ਮੈਨੂੰ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਤੁਹਾਡੀ ਬਿਮਾਰੀ ਦੂਰ ਹੁੰਦੀ ਹੈ, ਤਕਲੀਫ ਦੂਰ ਹੁੰਦੀ ਹੈ। ਲੇਕਿਨ ਇਹ ਸੋਚ ਕੇ ਚੱਲਣਾ, ਸ਼ੁਰੂ ਕਰਨ ਤੋਂ ਪਹਿਲਾਂ ਹੀ ਇਹ ਸੋਚਣਾ ਕਿ whenever you start some natural herbal therapy, Ayurvedic therapy or homeopathic therapy, you have to just wait for a little while. Why? Sometimes we say it can take a little while to come into the system and you have to take it for longer period for the long lasting results. ਕਹਿਣ ਦਾ ਮਤਲਬ ਇਹ ਮਸ਼ਹੂਰ ਜ਼ਰੂਰ ਹੈ ਕਿ ਦੇਸੀ ਦਵਾਈ ਕਹਿੰਦੇ ਵੀ ਹੌਲੀ ਹੈ, ਪਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੈ ਕਿ ਮੈਂ ਖੁਦ ਜ਼ਰੂਰ ਕਹਿੰਦਾ ਵੀ ਆਪਾਂ ਹੌਲੀ ਹੌਲੀ, ਲੇਕਿਨ ਮੇਰੇ ਪੇਸ਼ੈਂਟ ਜਿਹੜੇ ਅਸੀਂ ਮਹੀਨਿਆਂ 'ਚ ਰਿਜ਼ਲਟ ਦੀ ਬਜਾਏ ਦਿਨਾਂ 'ਚ ਰਿਜ਼ਲਟ ਦੇਖ ਰਹੇ ਹਾਂ। ਇਸ ਕਰਕੇ ਪਿਆਰੇ ਦਰਸ਼ਕੋ, ਕਿਸੇ ਕਿਸਮ ਦੀ ਝਿਜਕ ਤੋਂ ਬਗੈਰ ਮੇਰੀ ਵੈਬਸਾਈਟ 'ਤੇ ਪਹਿਲਾਂ ਜਾਓ, ਕੁਛ ਤੁਹਾਨੂੰ ਇਨਫੋਰਮੇਸ਼ਨ ਉੱਥੇ ਮਿਲੇਗੀ। YouTube 'ਤੇ ਡਾਕਟਰ ਕੁਮਾਰ ਹਰਬਲਿਸਟ ਪਾਓਗੇ, ਕੁਛ ਸ਼ੋਅ ਤੁਹਾਨੂੰ ਉੱਥੋਂ ਪੁਰਾਣੇ ਨਿਕਲ ਆਉਣਗੇ। ਇਹ ਮੈਨੂੰ ਤਾਂ ਦੱਸਣਾ ਪੈਂਦਾ ਕਿ ਕਈ ਵਾਰੀ ਪੇਸ਼ੈਂਟ ਵਿਚਾਰਾ ਪਹਿਲੀ ਵਾਰੀ ਦੇਖਦਾ, ਫਿਰ ਉਹ ਕਾਲ ਕਰਦਾ, ਸੋ ਉਹਨਾਂ ਦੀ ਨੌਲੇਜ ਲਈ। ਨਹੀਂ ਤਾਂ ਮੇਰਾ ਨੰਬਰ ਸਕਰੀਨ 'ਤੇ ਹੈ, ਤੁਸੀਂ ਮੈਨੂੰ ਕਾਲ ਕਰੋ, ਉਹਦੇ 'ਚ ਸ਼ਾਰਟ ਗੱਲ ਕਰਕੇ ਮੈਨੂੰ ਦੱਸਿਆ ਕਰੋ, ਔਰ ਘਰ ਬੈਠੇ ਦਵਾਈ ਤੁਹਾਨੂੰ ਮਿਲੇਗੀ। ਜਿਹੜੇ ਆ ਸਕਦੇ ਨੇ ਮੋਸਟ ਵੈਲਕਮ, ਜਿਹੜੇ ਨਹੀਂ ਆ ਸਕਦੇ ਕੋਈ ਚਿੰਤਾ ਦੀ ਲੋੜ ਨਹੀਂ। ਆਪਣਾ ਟਾਈਮ ਬਚਾਓ, ਆਪਣਾ ਖਰਚਾ ਬਚਾਓ, ਦਵਾਈ ਤੁਹਾਨੂੰ ਉੱਥੇ ਬੈਠੇ ਮਿਲੇਗੀ। ਸੋ ਮਾਈ ਨੰਬਰਸ ਆਰ ਔਨ ਦ ਸਕਰੀਨ, ਯੂ ਹੈਵ all the information on my website and the YouTube.
and you can call me and try to be short. Sometimes my secretary pick up the phone, or I will definitely tell you one thing, if sometimes we are unable to pick up the phone, just leave the message. ਪਿਆਰੇ ਦਰਸ਼ਕੋ, ਕਈ ਵਾਰੀ ਇਹ ਕਰਿਆ ਕਰੋ ਕਿ ਫੋਨ ਕਰਕੇ ਮੈਸੇਜ ਛੱਡ ਦਿਆ ਕਰੋ, ਮੈਂ ਫਲਾਣਾ ਬੋਲਦਾ, ਆ ਮੇਰਾ ਫੋਨ ਨੰਬਰ ਹੈ, ਤਾਂ ਕਿ ਅਸੀਂ ਤੁਹਾਨੂੰ ਦੁਬਾਰਾ ਕਾਲ ਕਰ ਸਕੀਏ। ਹੋ ਸਕਦਾ ਇਸ ਇੰਨੀ ਇਨਫੋਰਮੇਸ਼ਨ ਬੜੀ ਹੈ। ਥੈਂਕ ਯੂ, ਸਤਿ ਸ਼੍ਰੀ ਅਕਾਲ, ਨਮਸਕਾਰ। ਅਗਲੇ ਹਫਤੇ ਫਿਰ ਮਿਲਾਂਗੇ, ਨਏ ਟੌਪਿਕ 'ਤੇ ਗੱਲ ਕਰਾਂਗੇ। ਨਮਸਕਾਰ।